ਪੰਜਾਬ 'ਚ ਨਸ਼ੇ ਦੇ ਨਾਲ ਸਭ ਤੋਂ ਵੱਧ ਮੌਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਈਆਂ ਨੇ। ਹਾਈ ਕੋਰਟ ਨੇ ਝਟਕਾ ਵੀ ਦਿੱਤਾ ਹੈ, ਹਾਈ ਕੋਰਟ ਨੇ ਸ਼ੀਸ਼ਾ ਵੀ ਦਿਖਾਇਆ ਪੰਜਾਬ ਸਰਕਾਰ ਨੂੰ। ਔਰ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਦੇ ਜਿਹੜੇ ਦਾਅਵੇ ਹੈ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ, ਉਹ ਵੀ ਖੋਖਲੇ ਸਾਬਤ ਹੋਏ ਨੇ। ਸਾਡੇ ਕੋਲੇ ਤੱਥ ਨੇ, ਸਾਡੇ ਕੋਲੇ ਅੰਕੜੇ ਨੇ, ਉਹ ਬਹੁਤ ਡਰਾਵਣੇ ਨੇ ਔਰ ਭਗਵੰਤ ਮਾਨ ਦੀ ਸਰਕਾਰ ਦੇ ਪੋਲ ਖੋਲਣ ਵਾਲੇ ਨੇ। ਅਹਿਮ ਜਾਣਕਾਰੀ ਹੈ, ਦਿਲਚਸਪ ਜਾਣਕਾਰੀ ਹੈ ਔਰ ਜਿਹੜੀ ਕਿ ਜਾਣਨੀ ਹਰੇਕ ਦੇ ਲਈ, ਪੰਜਾਬੀ ਦੇ ਲਈ ਜ਼ਰੂਰੀ ਹੈ, ਕਿਉਂਕਿ ਮਾਮਲਾ ਨਸ਼ਿਆਂ ਦੇ ਨਾਲ ਜੁੜਿਆ। ਉਧਰ ਭਗਵੰਤ ਮਾਨ ਦੀ ਇੱਕ ਵੱਡੀ ਮੀਟਿੰਗ ਅਮਿਤ ਸ਼ਾਹ ਦੇ ਨਾਲ ਵੀ ਹੈ। ਕਿਉਂ ਹੈ ਇਹ ਮੀਟਿੰਗ, ਗੱਲ ਇਸ ਤੇ ਵੀ ਕਰਨੀ ਹੈ। ਤਾਂ ਉਧਰ ਕੈਨੇਡਾ ਇਸ ਗੱਲ ਦਾ ਦਾਅਵਾ ਕਰ ਰਿਹਾ, ਇੱਕ ਵੱਡੀ ਨਿਊਜ਼ ਏਜੰਸੀ ਦੀ ਰਿਪੋਰਟ ਛਪੀ ਹੈ ਕੈਨੇਡਾ ਦੀ, ਜਿਹੜੀ ਹੈ ਉਹ ਦਾਅਵੇ ਕਰਦਾ ਹੈ ਕਿ ਭਾਰਤ ਦੇ ਖਿਲਾਫ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਉਹਦੇ ਵਿੱਚ ਉਹਨਾਂ ਕੋਲੇ ਅਹਿਮ ਸਬੂਤ ਹੈਗੇ ਆ। ਕਿਹੜੇ ਕਿਹੜੇ ਸਬੂਤ ਦੱਸੇ ਜਾ ਰਹੇ ਆ ਕਿ ਵਾਕਈ ਇਹ ਹੈਗੇ ਆ ਜਾਂ ਨਹੀਂ, ਇਹ ਸਾਰੀ ਖਬਰ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸੇਖੋਂ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ। ਸੇਖੋਂ ਸਾਹਿਬ, ਸ਼ੁਰੂਆਤ ਆ ਨਾ ਜਿਹੜੀ ਉਹ ਆਪਾਂ ਨਸ਼ੇ ਨਾਲ ਸੰਬੰਧਿਤ ਜਿਹੜੀ ਖਬਰ ਹੈ ਉਹਦੇ ਤੋਂ ਹੀ ਕਰਦੇ ਆ। ਪਿਛਲੇ 3 ਸਾਲਾਂ ਦਾ ਜਿਹੜਾ ਅੰਕੜਾ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਹਿੰਦੇ ਹਾਈ ਕੋਰਟ ਨੂੰ ਦਿੱਤਾ ਹੈ ਔਰ 266 ਮੌਤਾਂ ਜਿਹੜੀਆਂ ਹੋਈਆਂ ਪਿਛਲੇ 3 ਸਾਲਾਂ 'ਚ। ਇੱਕ 20 ਤੇ 21 ਤੋਂ ਦੌਰਾਨ ਕਹਿੰਦੇ 36 ਮੌਤਾਂ ਹੋਈਆਂ ਤੇ 21 ਤੋਂ 22 ਦੇ ਦੌਰਾਨ 71 ਤੇ 159 ਮੌਤਾਂ ਕਹਿੰਦੇ 22 ਤੋਂ 23 ਦੇ ਦਰਮਿਆਨ ਜਿਹੜੀਆਂ ਹੋਈਆਂ ਨੇ। ਔਰ ਉਧਰ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪੰਜਾਬ ਦੇ ਵਿੱਚੋਂ ਨਸ਼ਾ ਜੜ ਤੋਂ ਖਤਮ ਕਰਨ ਦੇ। ਉਧਰ ਦਿਲਚਸਪ ਅੰਕੜਾ ਇਹ ਵੀ ਹੈ ਕਿ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਡਾਕਟਰ ਸਾਹਿਬ, ਇਹ ਜ਼ਿਆਦਾ ਮੌਤਾਂ ਸਰਹੱਦੀ ਜ਼ਿਲ੍ਹਿਆਂ 'ਚ ਹੋਈਆਂ ਨੇ। ਔਰ ਇਹ ਅੰਕੜੇ ਰਾਜਪਾਲ ਸਾਹਿਬ ਦੇ ਉਹਨਾਂ ਦਾਅਵਿਆਂ ਤੇ ਮੋਹਰ ਲਾਉਂਦੇ ਆ ਜਿਹੜੇ ਦਾਅਵੇ ਰਾਜਪਾਲ ਸਾਹਿਬ ਜਿਹੜੇ ਆ ਉਹ ਕਰਕੇ ਗਏ ਸੀ ਦੌਰੇ ਤੋਂ ਬਾਅਦ ਸਰਹੱਦੀ ਜ਼ਿਲ੍ਹਿਆਂ ਦੇ। ਕਹਿੰਦੇ ਸੀ ਕਿ ਉਧਰ ਨਸ਼ਾ ਬੜਾ, ਹਾਲਾਂਕਿ ਭਗਵੰਤ ਮਾਨ ਕਹਿੰਦੇ ਸੀ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ। ਪਰ ਇਹ ਅੰਕੜੇ ਰਾਜਪਾਲ ਦੇ ਦਾਅਵੇ ਤੇ ਮੋਹਰ ਲਾਉਂਦੇ ਆ, ਭਗਵੰਤ ਮਾਨ ਦੇ ਦਾਅਵੇ ਦੀ ਪੋਲ ਖੋਲਦੇ ਆ। ਔਰ ਹਾਈ ਕੋਰਟ ਨੇ ਵੀ ਸ਼ੀਸ਼ਾ ਜਿਹੜਾ ਦਿਖਾਇਆ ਹੈ ਮੁੱਖ ਸਕੱਤਰ ਨੂੰ, ਕਹਿੰਦੇ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਤੁਸੀਂ ਰੋਕਥਾਮ ਦੇ ਲਈ ਕਰ ਕੀ ਰਹੇ ਹੋ, ਸਾਨੂੰ ਰਿਪੋਰਟ ਪੇਸ਼ ਕਰੋ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਪਹਿਲੀ ਗੱਲ ਤਾਂ ਹੈ ਕਿ ਨਸ਼ਾ ਇੱਕ ਸਮਾਜਿਕ ਸਮੱਸਿਆ ਹੈ ਔਰ ਇਹ ਨਸ਼ੇ ਦੀ ਸਮੱਸਿਆ 1 ਸਾਲ 2 ਸਾਲ ਜਾਂ 3 ਸਾਲ ਪਹਿਲਾਂ ਨਹੀਂ ਸ਼ੁਰੂ ਹੋਈ। ਇਹ ਤਕਰੀਬਨ 15-16 ਸਾਲ ਪਹਿਲਾਂ ਜਾਂ 18-20 ਸਾਲ ਪਹਿਲਾਂ ਸ਼ੁਰੂ ਹੋਈ ਸੀ। ਔਰ ਸਾਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਚੋਣ ਹੋਈ ਸੀਗੀ, ਉਹਦੇ ਵਿੱਚ ਲੋਕਾਂ ਨੇ ਇਹਨੂੰ ਮੁੱਦਾ ਬਣਾਇਆ ਸੀ ਇੱਕ ਏਰੀਆ ਦੇ ਵਿੱਚ ਵੀ ਇਹ ਨਸ਼ੇ ਹੈਗੇ ਆ। ਜਦੋਂ ਪੁੱਛਿਆ ਸੀਗਾ ਵੀ ਨਸ਼ੇ ਬਾਰੇ ਤੁਹਾਡਾ ਕੀ ਹੈਗਾ, ਉਹਨਾਂ ਕਿਹਾ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ। ਇਹ ਗੱਲ 2004 ਦੀ ਹੈ। ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਸ ਕਿਸਮ ਦਾ ਸਰਕਾਰੀ ਤਾਣਾ ਬਣਾ ਰਿਹਾ, ਜਾਂ ਰਾਜ ਕਰਨ ਵਾਲੀਆਂ ਧਿਰਾਂ ਸੀ ਜਾਂ ਰਾਜ ਕਰਨ ਵਾਲੇ ਲੋਕ ਸੀ, ਕੀ ਉਹਨਾਂ ਦਾ ਕਦੀ ਏਜੰਡਾ ਬਣਿਆ? ਅਨਫੋਰਚੂਨੇਟ ਪਾਰਟ ਸਾਡੀ ਰਾਜਨੀਤੀ ਦਾ ਇਹ ਹੈਗਾ ਕਿ ਜਿਹੜੇ ਲੋਕਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ ਉਹ ਲੋਕੀ ਇਹਨਾਂ ਮੁੱਦਿਆਂ ਬਾਰੇ ਸੁਹਿਰਦ ਨਹੀਂ ਹੈ। ਨਸ਼ਾ ਇੱਕ ਢਾਂਚਾਗਤ ਸਮੱਸਿਆ ਬਣ ਚੁੱਕੀ ਆ। ਨਸ਼ੇ ਦੇ ਬਹੁਤ ਸਾਰੇ ਕਾਰਨ ਆ, ਹੋਪਲੈਸਨੈਸ ਵੀ ਹੈਗੀ ਆ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ, ਜਿੱਦਾਂ ਆਰਥਿਕ ਖੜੋਤ ਹੈਗੀ ਆ, ਜਾਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਰਾਮ ਰੌਲਾ ਹਰ ਵੇਲੇ ਰਹਿੰਦਾ ਹੈਗਾ, ਕੋਈ ਕਿਸੇ ਦੀ ਬਾਹ ਫੜਨ ਵਾਲਾ ਨਹੀਂ ਹੈਗਾ, ਕੋਈ ਬੈਠ ਕੇ ਇਹਨਾਂ ਮੁੱਦਿਆਂ ਤੇ ਸੰਜੀਦਾ ਜਿਹੜੀ ਉਹ ਗੱਲ ਨਹੀਂ ਕੀਤੀ ਜਾਂਦੀ। ਆਮ ਤੌਰ ਤੇ ਮੰਨ ਲੈਂਦੇ ਆ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ, ਪਰ ਸਮਾਜ ਦਾ ਵੀ ਇਹਦੇ 'ਚ ਆਪਣਾ ਹਿੱਸਾ। ਸਾਨੂੰ ਪਤਾ ਕਿ ਪਹਿਲੇ ਸਮੇਂ ਦੇ ਵਿੱਚ ਹੁਣ ਵੀ ਹੋਊਗਾ ਕਿ ਸਰਕਾਰਾਂ ਦੇ ਲੋਕ ਕਿਸ ਤਰੀਕੇ ਦੇ ਨਾਲ ਇਸ ਕ੍ਰਿਮੀਨਲ ਐਕਟ ਦੇ ਵਿੱਚ ਜੁੜੇ ਹੋਏ ਸੀਗੇ। ਸਭ ਨੂੰ ਪਤਾ, ਨਾਂ ਲੈਣ ਦੀ ਲੋੜ ਨਹੀਂ ਆ ਕਿ ਕਿਹੜੇ ਜਿਹੜੇ ਲੋਕ ਸੀਗੇ, ਚਾਹੇ ਉਹ ਚੁਣੇ ਹੋਏ ਨੁਮਾਇੰਦੇ ਪਿੰਡਾਂ ਦੇ ਵਿੱਚੋਂ ਸੀਗੇ, ਚਾਹੇ ਉਹ ਜਿਹੜੇ ਹੈਗੇ ਸੀ ਆਪਣੇ ਪੰਜਾਬ ਦੇ ਸੀਗੇ, ਉਸ ਇਨਵੋਲਵ ਸੀ ਉਹਦੇ ਵਿੱਚੋਂ। ਪੁਲਿਸ ਇਨਵੋਲਵ ਹੋ ਗਈ, ਧੰਦਾ ਬਣ ਗਿਆ, ਬਿਲਕੁਲ ਪੈਸੇ ਇਸ ਪਾਸੇ ਵੱਲੋਂ ਆਉਂਦੇ ਸੀਗੇ। ਤਾਂ ਇਸ ਕਰਕੇ ਜਿਸ ਕਿਸਮ ਦੀ ਸਾਡੀ ਰਾਜਨੀਤੀ ਹੈਗੀ ਆ, ਜਾਂ ਜਿਸ ਕਿਸਮ ਦੇ ਰਾਜਨੀਤਿਕ ਸਾਡਾ ਵਰਤਾਰਾ ਹੈਗਾ, ਜਾਂ ਜਿਸ ਕਿਸਮ ਦੇ ਸਾਡੇ ਜਿਹੜੇ ਖਾਸ ਕਰਕੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹਦੇ ਬਾਰੇ ਨਾ ਸੰਜੀਦਾ ਹੈ। ਦੂਸਰੀ ਗੱਲ ਰਹੀ ਕਿ ਤੱਥਾਂ ਦੀ ਗੱਲ ਰਹੀ, ਤੁਸੀਂ ਕਿਹਾ ਕਿ ਭਗਵੰਤ ਮਾਨ ਦੇ ਸਮੇਂ ਦੇ ਵਿੱਚ ਇਹ ਵੱਧ ਗਿਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਵੱਧ ਜਾਵੇ। ਆਪਣੇ ਬੱਚਿਆਂ ਨੂੰ ਇੱਥੋਂ ਕੱਢਣ ਦਾ ਇੱਕ ਵੱਡਾ ਕਾਰਨ ਇਹ ਵੀ ਆ ਕਿ ਲੋਕੀ ਡਰਦੇ ਆ ਕਿ ਕਿਤੇ, ਕਿਉਂਕਿ ਸਕੂਲਾਂ ਤੱਕ ਪਹੁੰਚ ਗਿਆ ਸੀ, ਪਹਿਲੇ ਸਰਕਾਰਾਂ ਦੇ ਸਮੇਂ 'ਚ ਵੀ ਆਉਂਦਾ ਸੀਗਾ, ਸਕੂਲਾਂ ਤੱਕ ਪਹੁੰਚ ਗਿਆ ਸੀਗਾ, ਉਹਨਾਂ ਦੇ ਵੱਡੇ ਵੱਡੇ ਲੀਡਰਾਂ ਦਾ ਨਾਂ ਜੁੜਦਾ ਸੀਗਾ। ਅਜੇ ਵੀ ਉਹ ਜਿਹੜੇ ਹੈਗੇ ਆ ਜਾਣੇ ਇਸੇ ਕਰਕੇ ਜਾਂਦੇ ਆ ਵੀ ਇਹ ਬੰਦੇ ਉਹ ਸੁਦਾਗਰ ਹੈਗੇ ਉਸ ਸਮੇਂ ਦੇ।
ਬਿਲਕੁਲ। ਔਰ ਇਸੇ ਕਰਕੇ ਉਹਨਾਂ ਨੂੰ ਲੋਕਾਂ ਨੂੰ ਪਨਿਸ਼ ਵੀ ਕੀਤਾ। ਹੁਣ ਜ਼ਿੰਮੇਵਾਰੀ ਭਗਵੰਤ ਮਾਨ ਦੀ ਸੀਗੀ, ਕਿਉਂਕਿ ਇਹ ਇਹਨਾਂ ਨੇ ਵਾਅਦਾ ਵੀ ਕੀਤਾ ਸੀ ਅਸੀਂ ਖਤਮ ਕਰਾਂਗੇ, ਪਰ ਅਨਫੋਰਚੂਨੇਟ ਪਾਰਟ ਹੈਗਾ ਕਿ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਜ ਤੱਕ ਕੋਈ ਇਹਦੇ ਤੇ ਪਾਲਿਸੀ ਨਹੀਂ ਬਣਾਈ, ਪਾਲਿਸੀ ਨਹੀਂ ਅੱਜ ਬਿਲਕੁਲ। ਤੱਕ ਕੋਈ ਇਹਨਾਂ ਦੇ ਏਜੰਡਾ ਹੀ ਨਹੀਂ ਬਣਾਇਆ, ਅੱਜ ਤੱਕ ਲੋਕਾਂ ਨੂੰ ਕੌਨਫੀਡੈਂਸ ਦੇ ਵਿੱਚ ਹੀ ਨਹੀਂ ਲਿਆ ਕਿ ਤੁਹਾਡੀ ਕਲੀਅਰ ਪਾਲਿਸੀ ਚਾਹੀਦੀ ਆ ਤੇ ਆਹ ਸਾਡੀ ਪਾਲਿਸੀ ਆ। ਇਸ ਤਰੀਕੇ ਦੇ ਨਾਲ ਸਿਰਫ ਪੁਲਿਸ ਦੇ ਨਾਲ ਤੁਸੀਂ ਨਸ਼ਾ ਨਹੀਂ ਰੋਕ ਸਕਦੇ, ਆਪਾਂ ਨੂੰ ਵੀ ਪਤਾ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸਮੈਨ ਵੀ ਨਸ਼ਈ ਹੋਏ ਗਏ। ਬਿਲਕੁਲ ਠੀਕ। ਔਰ ਥੱਲੜੇ ਪਾਸੇ ਵਾਲ ਜਿਹੜਾ ਪੁਲਿਸਮੈਨ, ਉਹ ਖਬਰਾਂ ਆਉਂਦੀਆਂ ਕਿ ਉਹ ਆਉਂਦਾ, ਹੋਰ ਲੋਕ ਵੀ ਹੈਗੇ ਆ, ਪਰ ਤੁਸੀਂ ਇੱਕ ਰੋਡ ਮੈਪ ਤਾਂ ਦਿਓ ਕਿ ਇਹਨਾਂ ਨੇ ਕੋਈ ਰੋਡ ਮੈਪ ਬਣਾਇਆ ਜਾਂ ਇਹਨਾਂ ਨੇ ਲਾਲਾ ਜੀ ਰਹੇ, ਜਾਂ ਜੋ ਕੰਮ ਉਹ ਕਰਦੇ ਸੀ ਇਹ ਤੋਂ ਵੱਧ ਚੜ ਕੇ ਇਹ ਉਹਨਾਂ ਨੂੰ ਬਦਨਾਮ ਕਰਕੇ ਤੇ ਆਪ ਇਹੋ ਜਿਹੀਆਂ ਗੱਲਾਂ ਕਰਕੇ ਸਮਾਂ ਟਾਲਦੇ ਆ। ਇਹ ਤਾਂ ਗੱਲ ਉਹ ਹੋਈ ਨਾ ਵੀ ਕਬੂਤਰ ਜਿਹੜਾ ਸੀਗਾ ਉਹ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲਵੇ। ਨਸ਼ਾ ਇਸ ਵੇਲੇ ਬਿੱਲੀ ਆ। ਤੁਸੀਂ ਜਿਹੜੀਆਂ ਸਰਕਾਰਾਂ ਵਾ ਕਿੰਨਾ ਚਿਰ ਜਿਹੜਾ ਅੱਖਾਂ ਮੀਟਣਗੇ, ਤੇ ਕਿ ਸਰਕਾਰ ਵੱਡੇ ਲੈਵਲ ਦੇ ਉੱਤੇ ਆਪ ਹੁਦਰੇਪਣ ਦੇ ਵਿੱਚ ਚੱਲ ਰਹੀ ਹੈ। ਬਿਲਕੁਲ। ਇਸ ਮਾਮਲੇ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸਿਰਤ ਡਾਕਟਰ ਵੀ ਹੈਗੇ ਸੀਗੇ, ਸਮਾਜ ਦੇ ਹੋਰ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਜਿਹੜਾ ਫਤਵਾ ਦਿੱਤਾ ਸੀਗਾ। ਪਹਿਲੇ ਹੀ ਸਾਲ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਇਸ ਕਿਸਮ ਦਾ ਕੋਈ ਨਾ ਕੋਈ ਜਿਹੜਾ ਹੈਗਾ ਬਣਾ ਕੇ, ਇੱਕ ਪੈਨਲ ਬਣਾ ਕੇ, ਉਹਦੇ ਤੋਂ ਇੱਕ ਪਾਲਿਸੀ ਬਣਾ ਕੇ, ਤਾਂ ਕਿ ਪੰਜਾਬ ਦੇ ਲੋਕਾਂ ਵਾਸਤੇ, ਪੰਜਾਬ ਦੀ ਐਡਮਿਨਿਸਟ੍ਰੇਸ਼ਨ ਵਾਸਤੇ ਜਾਂ ਹੋਰ ਸਾਰੇ ਸੰਬੰਧਿਤ ਨੇ ਉਹਨਾਂ ਵਾਸਤੇ ਇੱਕ ਰੋਡ ਮੈਪ ਹੋ ਜਾਂਦਾ ਵੀ ਭਾਈ ਆਹ ਤਰੀਕਾ ਹੈਗਾ। ਸਿਰਫ ਇਹ ਕਹਿ ਦੇਣਾ ਕਿ ਤੁਸੀਂ ਉਹਦੇ ਵਿੱਚੋਂ ਰੇਡ ਕਰ ਲਓ ਜਾਂ ਇਹ ਕਹਿ ਦੇਣਾ ਕਿ ਤੁਸੀਂ ਜਿਹੜਾ ਹੈਗਾ ਇਸ ਤਰੀਕੇ ਨਾਲ ਕਰ ਲਓਗੇ, ਇਹ ਸਮਾਜਿਕ ਬਿਮਾਰੀ ਆ, ਇਹ ਸਮਾਜਿਕ ਸਮੱਸਿਆ ਹੈਗੀ ਆ। ਇਹਨੂੰ ਹੱਲ ਕਰਨ ਵਾਸਤੇ ਤੁਹਾਨੂੰ ਸਾਰੇ ਸਟੇਕ ਹੋਲਡਰ ਨੂੰ ਨਾਲ ਲੈਣਾ ਪਊਗਾ, ਜਿਹੜੀ ਕਿ ਸ਼ਾਇਦ ਇਸ ਸਰਕਾਰ ਦੇ ਏਜੰਡੇ ਦੇ ਵਿੱਚ ਨਹੀਂ ਹੈਗੀ, ਕਿਉਂਕਿ ਇੱਕ ਹੀ ਵਿਅਕਤੀ ਕਹੀ ਜਾਵੇ ਕਿ ਮੈਨੂੰ ਸਭ ਕੁਝ ਪਤਾ ਹੈ, ਮੇਰੇ ਖਿਆਲ ਇਹ ਤੋਂ ਵੱਧ ਸਾਡੀ ਬਦਕਿਸਮਤੀ ਕੋਈ ਹੋਰ ਨਹੀਂ ਹੋ ਸਕਦੀ। ਬਿਲਕੁਲ। ਡਾਕਟਰ ਸਾਹਿਬ, ਵੋਟਾਂ ਤੋਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਨੇ ਕਹਿਤਾ ਸੀਗਾ ਕਿ ਅਸੀਂ ਛੇਤੀ ਕੁਝ ਮਹੀਨਿਆਂ ਦੇ ਵਿੱਚ ਹੀ ਨਸ਼ਾ ਖਤਮ ਕਰ ਦਿਆਂਗੇ। ਅਰਵਿੰਦ ਕੇਜਰੀਵਾਲ ਦਾ ਬਿਆਨ ਮੈਨੂੰ ਚੇਤੇ ਹੈ, ਉਹ ਕਹਿੰਦੇ ਸੀ ਕਿ ਸਰਕਾਰਾਂ ਆਪ ਵਿਕਾਉਂਦੀਆਂ ਨੇ ਤਾਂ ਆਉਂਦਾ, ਲੀਡਰ ਵਿਕਾਉਂਦੇ ਆ। ਔਰ ਫਿਰ ਭਗਵੰਤ ਮਾਨ ਸਾਹਿਬ ਨੇ ਰਣਜੀਤ ਬਾਵੇ ਨੂੰ ਕੋਟ ਕੀਤਾ, ਕਹਿੰਦੇ ਕਿ ਜਿਹੜਾ ਰਣਜੀਤ ਬਾਵੇ ਦਾ ਗਾਣਾ ਸਰਕਾਰਾਂ ਵਿਕਾਉਂਦੀਆਂ ਚਿੱਟਾਂ ਤਾਂ ਹੀ ਤਾਂ ਸ਼ਰੇਆਮ ਵਿਕਦਾ, ਇਹਨਾਂ ਨੇ ਵੀ ਇਹ ਗੱਲ ਕਹੀ। ਹੁਣ ਤਾਂ ਸਰਕਾਰ ਇਹਨਾਂ ਦੀ ਹੈ, ਔਰ ਆਪ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਜਿਹੜੇ ਲੀਡਰਾਂ ਤੇ ਦੋਸ਼ ਲਾਉਂਦੇ ਰਹੇ ਕਿ ਫਲਾਣੇ ਲੀਡਰ ਵੇਚਦੇ ਸੀ, ਅੱਜ ਉਹੀ ਲੀਡਰ ਚੈਲੰਜ ਕਰ ਰਿਹਾ ਕਿ ਭਾਈ ਹੁਣ ਤਾਂ ਤੁਹਾਡੀ ਸਰਕਾਰ ਹੈ, ਹੁਣ ਤਾਂ ਦੱਸ ਦਿਓ ਫਿਰ ਚਿੱਟਾ ਕੌਣ ਵਿਕਾਉਂਦਾ, ਹੁਣ ਹੀ ਬੰਦ ਕਰਵਾ ਦਿਓ ਚਿੱਟਾ। ਤੇ ਇਹ ਚੱਕਰ ਕੀ ਹੈ? ਹੁਣ ਆਪ ਦੋਸ਼ ਲਾਉਂਦੇ ਸੀ ਕਿ ਸਰਕਾਰਾਂ ਵਿਕਾਉਂਦੀਆਂ ਚਿੱਟਾਂ, ਫਿਰ ਇਹਨਾਂ ਦੀ ਸਰਕਾਰ ਦੇ ਵਿੱਚ ਕੌਣ ਵਿਕਾ ਰਿਹਾ? ਕੇਜਰੀਵਾਲ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ। ਕੇਜਰੀਵਾਲ ਇਸ ਵੇਲੇ ਲੋਕਾਂ ਦੀਆਂ ਅੱਖਾਂ ਦਾ ਤਾਰਾ ਨਹੀਂ ਹੈ, ਉਹਨੇ ਆਪਣੀ ਪਾਰੀ ਖੇਡ ਲਈ ਆ। ਜ਼ਿੰਮੇਵਾਰੀ ਭਗਵੰਤ ਮਾਨ ਦੀ। ਤਾਂ ਥੋੜਾ ਜਿਹਾ ਨੈਟਵਰਕ ਇਸ਼ੂ ਜਿਹੜਾ ਡਾਕਟਰ ਸਾਹਿਬ ਦੇ ਨਾਲ ਜਿਹੜਾ ਉਹ ਆ ਚੁੱਕਿਆ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਡਾਕਟਰ ਸਾਹਿਬ ਨੂੰ ਜਿਹੜਾ ਉਹ ਦੁਬਾਰਾ ਸਾਡੇ ਨਾਲ ਜਿਹੜਾ ਉਹ ਜੋੜ ਲਿਆ ਜਾਵੇ, ਕਿਉਂਕਿ ਬਹੁਤ ਅਹਿਮ ਵਿਸ਼ੇ ਤੇ ਗੱਲਬਾਤ ਕੀਤੀ ਜਾ ਰਹੀ ਹੈ। ਕਿਉਂਕਿ ਨਸ਼ੇ ਦਾ ਜਿਹੜਾ ਇਹ ਅਹਿਮ ਮੁੱਦਾ ਜਿਹੜਾ ਇਸ ਵਕਤ ਕਾਫੀ ਗੂੰਜਿਆ, ਔਰ ਹਾਈ ਕੋਰਟ ਨੇ ਇਹਦੇ ਤੇ ਰਿਪੋਰਟ ਵੀ ਮੰਗੀ ਹੈ ਕਿ ਭਾਈ ਤੁਸੀਂ ਨਸ਼ੇ ਨੂੰ ਰੋਕਣ ਦੇ ਲਈ ਅੱਜ ਤੱਕ ਕੀ ਜਿਹੜੇ ਕਦਮ ਚੁੱਕੇ ਆ ਉਸ ਸੰਬੰਧੀ ਜਿਹੜੀ ਰਿਪੋਰਟ ਹੈ ਉਹ ਸਾਨੂੰ ਭੇਜੋ। ਤਾਂ ਹਾਲੇ ਤੱਕ ਉਹ ਰਿਪੋਰਟ ਦੇਖਦੇ ਆ ਕਿ ਕਦੋਂ ਤੱਕ ਜਿਹੜੀ ਆ ਭੇਜਦੀ ਆ, ਪਰ ਖੁਦ ਵੱਡੇ ਸਵਾਲ ਜਿਹੜੇ ਉੱਠ ਰਹੇ ਇਸ ਵਕਤ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਹੋਰਾਂ ਦੇ ਉੱਪਰ ਕਿ ਭਾਈ ਖੁਦ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਭਾਈ ਸਰਕਾਰਾਂ ਚਿੱਟਾ ਵਿਕਾ ਰਹੀਆਂ ਨੇ, ਤਾਂ ਫਿਰ ਹੁਣ ਤੁਹਾਡੀ ਸਰਕਾਰ ਦੇ ਵਿੱਚ ਚਿੱਟਾ ਕੌਣ ਵਿਕਾ ਰਿਹਾ? ਤਾਂ ਸੇਖੋਂ ਸਾਹਿਬ ਉਹੀ ਗੱਲ ਕਹਿ ਰਹੇ ਸੀ, ਅਰਵਿੰਦ ਕੇਜਰੀਵਾਲ ਤੇ ਉਹਨਾਂ ਨੇ ਆਪਣੀ ਟਿੱਪਣੀ ਕੀਤੀ, ਔਰ ਭਗਵੰਤ ਮਾਨ ਦੀ ਉਹ ਕਹਿੰਦੇ ਕਿ ਜ਼ਿੰਮੇਵਾਰੀ ਸੀ। ਭਗਵੰਤ ਮਾਨ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦੇ ਵਿੱਚ ਜਿਹੜਾ ਕਾਮਯਾਬ ਜਿਹੜਾ ਉਹ ਨਹੀਂ ਹੋ ਸਕੇ, ਔਰ ਲਗਾਤਾਰ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ, ਨਸ਼ੇ ਦੇ ਮੁੱਦੇ ਦੇ ਉੱਪਰ ਸਰਕਾਰ ਨੂੰ ਜਿਹੜਾ ਉਹ ਲਗਾਤਾਰ ਘੇਰਿਆ ਜਾ ਰਿਹਾ, ਔਰ ਭਗਵੰਤ ਮਾਨ ਆਪਣੀ ਪਰਫਾਰਮੈਂਸ ਦਿਖਾਉਣ ਦੇ ਵਿੱਚ ਜਿਹੜਾ ਨਾਕਾਮਯਾਬ ਸਾਬਤ ਜਿਹੜੇ ਆ ਹੋ ਰਹੇ ਆ। ਕਾਰਨ ਕੀ ਹੈ? ਉਹ ਬਹੁਤ ਸਾਰੇ ਜਿਹੜੇ ਇਹਦੇ ਵਿੱਚ ਮੰਨੇ ਜਾਂਦੇ ਆ। ਭਗਵੰਤ ਮਾਨ ਪੰਜਾਬ ਤੋਂ ਬਾਹਰ ਜ਼ਿਆਦਾਤਰ ਰਹਿੰਦੇ ਆ, ਹੋਰ ਬਹੁਤ ਸਾਰੇ ਜੇ ਇਲਜ਼ਾਮ ਜਿਹੜੇ ਆ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਲੱਗ ਰਹੇ ਆ, ਔਰ ਭਗਵੰਤ ਮਾਨ ਹੋਰਾਂ ਨੂੰ ਇਹਦੇ ਤੇ ਪਰਫਾਰਮੈਂਸ ਜਿਹੜੀ ਆ ਉਹ ਦਿਖਾਉਣੀ ਚਾਹੀਦੀ ਸੀ, ਕਾਰਗੁਜ਼ਾਰੀ ਜਿਹੜੀ ਆ ਆਪਣੀ ਦਿਖਾਉਣੀ ਚਾਹੀਦੀ ਸੀ, ਪਰ ਉਹ ਨਾਕਾਮ ਸਾਬਤ ਜਿਹੜਾ ਹੋ ਰਹੇ ਆ। ਹੁਣ ਦੇਖਦੇ ਆ ਕਿ ਸੇਖੋਂ ਸਾਹਿਬ ਦੁਆਰਾ ਸਾਡੇ ਨਾਲ ਜੁੜਦੇ ਆ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਤੁਸੀਂ ਗੱਲ ਕੀਤੀ ਸੀ ਵੀ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀਗਾ, ਵਾਅਦੇ ਤੇ ਬਹੁਤ ਲੋਕਾਂ ਨੇ ਕੀਤੇ ਪਰ ਵਫਾ ਕਿਸੇ ਨੇ ਨਹੀਂ ਕੀਤਾ। ਸ਼ਾਇਦ ਉਹਨਾਂ ਨੂੰ ਇਹਦੀ ਗ੍ਰੈਵਿਟੀ ਆਫ ਸਿਚੁਏਸ਼ਨ ਜਿਹੜੀ ਸੀ ਉਹ ਨਹੀਂ ਸੀ ਪਤਾ ਹੈਗਾ। ਉਹਦਾ ਕਾਰਨ ਇਹ ਹੈਗਾ ਕਿ ਇਸ ਕੰਮ ਲਈ ਤੁਹਾਡੇ ਕੋਲ ਜਿਹੜਾ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਜਿਹੜਾ ਪਾਰਟੀ ਦਾ ਤੰਤਰ ਹੈ, ਜਿਹੜੇ ਸੁਹਿਰਦ ਲੋਕ ਪਾਰਟੀ ਵਾਲੇ ਨਾਲ ਜੁੜੇ ਆ, ਜਾਂ ਉਹ ਲੋਕ ਇਹਨਾਂ ਦੇ ਨਾਲ ਹੈਗੇ ਆ ਕਿ ਜਿਹੜੇ ਲੋਕਾਂ ਦਾ ਖਾਸ ਕਰਕੇ ਜਿਹੜੇ ਸਮਾਜਿਕ ਸਰੋਕਾਰ ਹੈਗੇ ਔਰ ਜਿਨ੍ਹਾਂ ਦੇ ਵਿੱਚੋਂ ਇਹ ਵੱਡਾ ਮੁੱਦਾ ਜਿਹੜਾ
ਇਹ ਜਿਹੜਾ ਖਾਸ ਕਰਕੇ ਨਸ਼ੇ ਵਾਲਾ ਮੁੱਦਾ ਸੀਗਾ। ਭਗਵੰਤ ਮਾਨ ਹੋਣਾ ਦੀ 1.5 ਸਾਲ ਹੋ ਗਿਆ ਸਰਕਾਰ ਆਈ ਨੂੰ। ਮੇਰਾ ਖਿਆਲ ਹੈ ਕਿ ਅਜੇ ਤੱਕ ਵੀ ਕੋਈ ਇਸ ਕਿਸਮ ਦੀ ਪਾਲਿਸੀ ਨਹੀਂ ਹੈਗੀ, ਪ੍ਰੋਗਰਾਮ ਨਹੀਂ ਹੈਗਾ, ਜਾਂ ਇਸ ਕਿਸਮ ਦੀ ਕੋਈ ਵੀ ਉਹਨਾਂ ਨੇ ਕਮੇਟੀ ਨਹੀਂ ਬਣਾਈ ਕਿ ਜਿਹੜੀ ਕਮੇਟੀ ਇਹ ਦੱਸ ਸਕੇ, ਉਹਨਾਂ ਨੂੰ ਗਾਈਡ ਕਰ ਸਕੇ ਕਿ ਭਾਈ ਇਹਦੇ ਆਹ ਕਾਰਨ ਹੈਗੇ ਆ, ਇਹਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੈਗੀਆਂ, ਔਰ ਇਹ ਕਮੇਟੀ ਜਿਹੜੀ ਹੈਗੀ ਆ ਉਹਦੇ ਵਿੱਚ ਕੋਈ ਰეკਮੈਂਡ ਕਰੇ, ਔਰ ਕੀ ਕਹਿੰਦੇ ਇੱਕ ਦੂਸਰਾ ਜਿਹੜਾ ਸੀ ਪ੍ਰੋਗਰਾਮ ਬਣੇ, ਔਰ ਉਹ ਪ੍ਰੋਗਰਾਮ ਜਿਹੜਾ ਹੈਗਾ ਸੀਗਾ ਪਿੰਡ ਦੀ ਪੰਚਾਇਤ ਤੋਂ ਲੈ ਕੇ ਤੇ ਉੱਪਰਲੇ ਪਾਸੇ ਤੱਕ ਚੀਫ ਸੈਕਟਰੀ ਤੱਕ ਜਿਹੜਾ ਹੈਗਾ ਸੀ ਉਹ ਉਹਨੂੰ ਲਾਗੂ ਹੋਵੇ, ਤਾਂ ਕਿ ਇਹ ਮਸਲੇ ਦੇ ਵਿੱਚ ਦੋ ਪਾਸਿਆਂ ਤੋਂ ਸਰਕਾਰ ਆਪਣੇ ਤਰੀਕੇ ਦੇ ਤੌਰ ਦੇ ਉੱਤੇ ਤੇ ਜਿਹੜੇ ਲੋਕ ਹੈਗੇ ਆ ਸਮਾਜ ਆਪਣੇ ਤਰੀਕੇ ਦੇ ਤੌਰ ਦੇ ਉੱਤੇ ਪ੍ਰੈਸ਼ਰ ਪਾਉਣ ਤੇ ਰਲ ਮਿਲ ਕੇ ਜਿਹੜਾ ਹੈਗਾ ਸੀ ਉਹਨੂੰ ਰਿਜ਼ੋਲਵ ਕਰਨ। ਸਿਰਫ ਸਰਕਾਰੀ ਹੁਕਮਾਂ ਦੇ ਨਾਲ, ਪੁਲਿਸ ਦੇ ਡੰਡੇ ਦੇ ਨਾਲ, ਜਾਂ ਇਦਾਂ ਰੇਡ ਕਰ ਲਏ, 4 ਬੰਦੇ ਫੜ ਲਏ, ਜਾਂ ਵੱਡੀਆਂ ਵੱਡੀਆਂ ਮੀਟਿੰਗਾਂ ਦੇ ਵਿੱਚ ਇਹ ਜਿਹੜਾ ਹੈਗਾ ਸੀ ਇਸ ਕਿਸਮ ਦਾ ਕਹਿਤਾ ਕਿ ਪਹਿਲੇ ਬਹੁਤ ਮਾੜੇ ਸੀਗੇ, ਉਹਨਾਂ ਨੇ ਸਾਰੀ ਸਮੱਸਿਆ ਖੜੀ ਕੀਤੀ। ਮੰਨਦੇ ਇਸ ਗੱਲ ਨੂੰ ਕਿ ਸਾਰੀ ਸਮੱਸਿਆ ਜਿਹੜੀਆਂ ਖਾਸ ਕਰਕੇ ਪਹਿਲੀਆਂ ਸਰਕਾਰਾਂ ਹੈਗੀਆਂ ਵਾ ਉਹਦੀ ਜੜ ਉਹ ਹੈਗੀ ਆ। ਪਹਿਲੀ ਸਰਕਾਰਾਂ ਦੇ ਵਿੱਚ ਰਾਜ ਕਰਨ ਵਾਲੇ ਲੋਕ ਜਿਹੜੇ ਹੈਗੇ ਆ ਉਹ ਇਹਦੇ ਲਈ ਜ਼ਿੰਮੇਵਾਰ ਸੀ, ਤਾਂ ਹੀ ਉਹਦੇ ਲੋਕਾਂ ਨੇ ਉਹਨਾਂ ਨੂੰ ਲਾਂਭੇ ਕਰਕੇ ਤੁਹਾਨੂੰ ਮੌਕਾ ਦਿੱਤਾ। ਪਰ ਕਿੰਨਾ ਚਿਰ ਤੁਸੀਂ ਇਹਨੂੰ ਟਾਲੋਗੇ? ਇਹ ਨਸ਼ਾ ਜਿਹੜਾ ਹੈਗਾ ਪੰਜਾਬ ਲਈ ਬਹੁਤ ਵੱਡਾ ਕਲੰਕ ਹੈਗਾ, ਪੰਜਾਬ ਦੇ ਸਮਾਜ ਤਾਣੇ ਬਾਣੇ ਦੀ ਬਹੁਤ ਵੱਡਾ ਕਲੰਕ ਹੈ, ਪੰਜਾਬ ਦੇ ਜਿਹੜੀ ਰੀਪਰੋਡਕਟਿਵ ਹੈਲਥ ਹੈਗੀ ਆ ਉਹਦੇ ਵਾਸਤੇ ਬਹੁਤ ਵੱਡਾ ਜਿਹੜਾ ਹੈਗਾ ਇਹ ਚੈਲੰਜ ਹੈ। ਔਰ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈਗੀਆਂ, ਜਿਹੜਾ ਅਸੀਂ ਜਿਸ ਚੀਜ਼ ਤੇ ਸਾਨੂੰ ਮਾਣ ਹੈ ਉਹ ਬਿਲਕੁਲ ਉਹਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ। ਤੇ ਮੈਨੂੰ ਲੱਗਦਾ ਵੀ ਅੱਜ ਤੱਕ ਇਹ ਸਰਕਾਰ ਜਿਹੜੀ ਜਿੱਦਾਂ ਤੁਹਾਡੇ ਅੰਕੜੇ ਦੱਸਦੇ ਆ ਇਹ ਮਿਜ਼ਰੇਬਲੀ ਫੇਲ ਹੋਈ ਆ। ਕਿਉਂਕਿ ਮਿਜ਼ਰੇਬਲੀ ਇਸ ਕਰਕੇ ਫੇਲ ਹੋਈ ਆ, ਕਿਸੇ ਵੀ ਇਹਦੀ ਪਾਰਟੀ ਵੱਲੋਂ ਕਿਸੇ ਵੀ ਲੈਵਲ ਦੇ ਉੱਤੇ ਪਬਲਿਕ ਅਵੇਅਰਨੈਸ ਜਿਹੜਾ ਹੈਗਾ ਵਾ ਉਹ ਕੰਪੇਨ ਨਹੀਂ ਚਲਾਈ ਜਾ ਰਹੀ। ਕਿਸੇ ਵੀ ਲੈਵਲ ਦੀ ਇਹਦੀ ਪਾਰਟੀ ਵੱਲੋਂ ਪਿੰਡਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਇਦਾਂ ਦੇ ਕੈਂਪ ਨਹੀਂ ਲਾ ਰਹੇ ਪਾਰਟੀ ਵੱਲੋਂ। ਮੈਂ ਸਰਕਾਰ ਦੀ ਗੱਲ ਨਹੀਂ ਕਰਦਾ। ਜਿੱਥੇ ਸਰਕਾਰੀ ਫੰਕਸ਼ਨ ਹੋਣਗੇ ਉਹ ਫਾਰਮੈਲਿਟੀ ਹੋ ਜਾਂਦੀ ਆ, ਉਹਦੇ ਵਿੱਚ ਜ਼ਿਆਦਾ ਰਾਮ ਰੌਲਾ ਹੁੰਦਾ ਕਿ ਲੋਕਾਂ ਨੂੰ ਨਾਲ ਜੋੜਿਆ ਜਾਵੇ। ਤਾਂ ਇਸ ਕਰਕੇ ਜੇ ਮਸਲਾ ਹੋਰ ਪ੍ਰਲੋਂਗ ਕਰਦਾ ਵਾ, ਇਹਦੇ ਨਾਲ ਸਰਕਾਰ ਦੀ ਪਪੂਲੈਰਿਟੀ ਤੇ ਸਰਕਾਰ ਦੀ ਕ੍ਰੈਡੀਬਿਲਿਟੀ ਬਹੁਤ ਬੁਰੀ ਤਰ੍ਹਾਂ ਜੁੜੀ ਹੋਈ ਆ। ਔਰ ਪਹਿਲੇ ਲੋਕ ਜਿਨ੍ਹਾਂ ਦੀ ਵਜ੍ਹਾ ਕਰਕੇ ਸਮੱਸਿਆ ਆਈ ਸੀ ਜਾਂ ਜਿਨ੍ਹਾਂ ਨੂੰ ਇਹ ਅਲੈਜ ਕਰਦੇ ਸੀਗੇ, ਸ਼ਾਇਦ ਉਹ ਵੀ ਜਸਟੀਫਾਈ ਹੋ ਜਾਣਗੇ ਵੀ ਇਹ ਸਮੱਸਿਆ ਇੰਨੀ ਆਸਾਨ ਨਹੀਂ ਹੈਗੀ। ਤੁਸੀਂ ਕਿਸੇ ਦੇ ਐਵੇਂ ਬਲੇਮ ਦੇ ਕੇ ਵੀ ਬਲੇਮ ਗੇਮ ਬਣ ਜਾਊਗੀ। ਜਦੋਂ ਬਲੇਮ ਗੇਮ ਵਾਲੀ ਗੱਲ ਆ ਜੂਗੀ ਤੇ ਉਹ ਤੋਂ ਸਭ ਤੋਂ ਵੱਡਾ ਚੈਲੰਜ ਜਿਹੜਾ ਹੈਗਾ ਉਹ ਜਿਹੜਾ ਭਗਵੰਤ ਮਾਨ ਹੈਗਾ, ਇਹਦੀ ਕ੍ਰੈਡੀਬਿਲਿਟੀ ਨੂੰ, ਇਹਦੀ ਲੈਜੀਟੀਮੇਸੀ ਨੂੰ, ਇਹਦੀ ਅਥਾਰਟੀ ਨੂੰ ਮਿਲੂਗਾ ਵੀ ਇਹ ਵੀ ਉਦਾਂ ਵਰਗਾ ਹੀ ਹੈਗਾ। ਠੀਕ ਆ, ਗੱਲਾਂ ਜ਼ਿਆਦੀਆਂ ਕਰਦਾ ਵਾ, ਮਨ ਪਰਚਾਵਾ ਵੀ ਜ਼ਿਆਦਾ ਖੇਰੀ ਕਰ ਦਿੰਦਾ ਵਾ, ਪਰ ਅਸਲੀਅਤ ਜ਼ਮੀਨੀ ਹਕੀਕਤ ਜਿਹੜੀ ਆ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਇਹੋ ਜਿਹੀਆਂ ਗੱਲਾਂ ਦੇ ਨਾਲ ਨਹੀਂ ਆਉਂਦੀ। ਬਿਲਕੁਲ। ਚਲੋ ਡਾਕਟਰ ਸਾਹਿਬ, ਆਪਾਂ ਅਗਲੀ ਖਬਰ ਜਿਹੜੀ ਆ ਉਹ ਲੈ ਲਈਏ। ਹੁਣ ਦੇਖਦੇ ਆ ਕਿ ਸਰਕਾਰ ਜਿਹੜੀ ਹੈ ਇਸ ਸਬੰਧ ਦੇ ਵਿੱਚ ਕੀ ਜਿਹੜਾ ਉੱਥੇ ਅੰਕੜਾ ਪੇਸ਼ ਕਰਦੀ ਹੈ ਔਰ ਕੀ ਕੁਝ ਕਹਿੰਦੀ ਹੈ ਕਿ ਅਸੀਂ ਕੀ ਕੁਝ ਕਦਮ ਚੁੱਕਿਆ, ਉਹ ਤੇ ਨਜ਼ਰ ਬਣੀ ਰਹੂਗੀ। ਪਰ ਅਗਲੀ ਖਬਰ ਜਿਹੜੀ ਬੜੀ ਅਹਿਮ ਹੈ, ਉੱਤਰੀ ਜ਼ੋਨ ਕੌਂਸਲ ਦੀ ਜਿਹੜੀ ਮੀਟਿੰਗ ਹੈ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ। ਅਮਿਤ ਸ਼ਾਹ ਉਸ ਬੈਠਕ ਦੀ ਕਹਿੰਦੇ ਪ੍ਰਧਾਨਗੀ ਕਰਨਗੇ ਤੇ ਵੱਖ-ਵੱਖ ਸੂਬਿਆਂ ਦੇ ਜਿਹੜੇ ਆ ਉਹ ਮੁੱਖ ਮੰਤਰੀ ਉੱਥੇ ਜਿਹੜੇ ਆ ਪਹੁੰਚਣਗੇ। ਉੱਥੇ ਕਿਹੜੇ ਮੁੱਦੇ ਜਿਹੜੇ ਅਹਿਮ ਰਹਿਣ ਵਾਲੇ ਆ ਔਰ ਕਿਹੜੇ ਮੁੱਦੇ ਭਗਵੰਤ ਮਾਨ ਚੱਕ ਸਕਣਗੇ ਜਾਂ ਚੱਕਣ ਦੀ ਹਿੰਮਤ ਕਰਨਗੇ? ਦੇਖੋ, ਇਹ ਨਾਰਥ ਜ਼ੋਨ ਦੀ ਇੱਕ ਫਾਰਮਲ ਮੀਟਿੰਗ ਹੋ ਰਹੀ ਆ। ਇਹਦੇ ਵਿੱਚ ਜੰਮੂ ਕਸ਼ਮੀਰ ਤੇ ਲਦਾਖ ਯੂਟੀ ਦੇ ਤੌਰ ਦੇ ਉੱਤੇ ਆ ਰਿਹਾ ਹੈ, ਪੰਜਾਬ ਹੈ, ਹਰਿਆਣਾ ਹੈ, ਹਿਮਾਚਲ ਹੈ, ਦਿੱਲੀ ਹੈ ਤੇ ਰਾਜਸਥਾਨ ਹੈ। ਜਿਹੜੇ ਨਾਰਥ ਵੈਸਟ ਇੰਡੀਆ ਦਾ ਇਹ ਪਾਸਾ ਇਹਦੇ ਵਿੱਚੋਂ। ਔਰ ਚੰਗੀ ਗੱਲ ਆ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇਹ ਮੀਟਿੰਗ ਰੱਖੀ ਆ। ਔਰ ਜਿਹੜਾ ਤੁਸੀਂ ਕਿਹਾ ਕਿ ਜਿਹੜੇ ਮੁੱਦਿਆਂ ਦੀ ਗੱਲ ਹੈਗੀ, ਮੁੱਦੇ ਤਾਂ ਉਹੀ ਆ। ਮੁੱਦੇ ਤਾਂ ਜਿਹੜੇ ਪੰਜਾਬ ਨੂੰ ਜਿਹੜੇ ਫੇਸ ਕਰ ਰਹੇ ਆ, ਕਿਉਂਕਿ ਜੇ ਸਮਗਲਿੰਗ ਹੋ ਰਹੀ ਆ, ਨਸ਼ਾ ਹੋ ਰਿਹਾ ਵਾ, ਤਾਂ ਉਹਦੀ ਲਈ ਇਕੱਲੀ ਪੰਜਾਬ ਸਰਕਾਰ ਜ਼ਿੰਮੇਵਾਰ ਨਹੀਂ ਹੈ। 553 ਕਿਲੋਮੀਟਰ ਜਿਹੜੀ ਬਾਰਡਰ ਲਾਈਨ ਹੈਗੀ ਆ, ਉਹਦੇ ਉੱਤੇ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈਗੀਆਂ ਜਾਂ ਹੋਰ ਫੋਰਸਿਸ ਡਿਪਲੋਏ ਕੀਤੀਆਂ ਗਈਆਂ। 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਹੈਗਾ ਵਾ ਉਹ ਬਾਰਡਰ ਦੀ ਬੈਲਟ ਜਿਹੜੀ ਉਹਦੇ ਵਿੱਚੋਂ ਬਣਾਈ ਗਈ ਆ। ਇਹਦੇ ਨਾਲ ਜਿਹੜੇ ਪੰਜਾਬ ਦੇ ਹੋਰ ਮੁੱਦੇ ਆ, ਖਾਸ ਕਰਕੇ ਪੰਜਾਬ ਸਭ ਤੋਂ ਫੋਰਸਫੁਲੀ ਇਹਨਾਂ ਨੂੰ ਜਿਹੜੀ ਡਿਮਾਂਡ ਉਠਾਉਣੀ ਚਾਹੀਦੀ ਆ ਕਿ ਪੰਜਾਬ ਪਾਰਟੀਸ਼ਨ ਦਾ, ਦੇਸ਼ ਦੀ ਜਦੋਂ ਵੰਡ ਹੋਈ ਆ ਉਹਦਾ ਇਹ ਸਟਰਕਚਰਲ ਵਿਕਟਮ ਬਣਿਆ। ਔਰ ਪੰਜਾਬ ਨੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਸੰਤਾਪ ਭੋਗਿਆ ਹੈ। ਔਰ ਜਿਹੜਾ ਪੰਜਾਬ ਦਾ ਹਿੱਸਾ ਪਾਰਟੀਸ਼ਨ ਤੋਂ ਬਿਨਾਂ ਸਭ ਤੋਂ ਜ਼ਿਆਦਾ ਡਿਵੈਲਪ ਹੁੰਦਾ ਹੈ, ਬਾਰਡਰ ਬੈਲਟ ਜਿਹੜੀ ਹੁੰਦੀ ਸੀਗੀ, ਉਹ ਇਸ ਵੇਲੇ ਸਭ ਤੋਂ ਪਿੱਛੇ ਪੈ ਗਈ ਆ। ਉਹਦੇ ਲਈ ਕੋਈ ਨਾ ਕੋਈ ਪੈਕੇਜ ਦੀ ਗੱਲ ਕੀਤੀ ਜਾਵੇ। ਇਹਨਾਂ ਨੇ ਪੁਰਾਣੀਆਂ ਸਰਕਾਰਾਂ ਨੇ ਕੀਤਾ ਕਿ ਜਿਹੜੇ ਹਿਲ ਸਟੇਟ ਸੀਗੀਆਂ, ਚਾਹੇ ਉਹ ਆਪਣਾ ਜੰਮੂ ਕਸ਼ਮੀਰ ਸੀਗਾ, ਚਾਹੇ ਹਿਮਾਚਲ ਸੀ, ਚਾਹੇ ਉੱਤਰਾਖੰਡ ਸੀ, ਉੱਥੇ
ਸਪੈਸ਼ਲ ਜਿਹੜੀਆਂ ਕੰਸੈਸ਼ਨਸ ਦੇ ਦਿੱਤੀਆਂ। ਇੱਕ ਤਾਂ ਪਾਰਟ ਇਹ ਹੈਗਾ। ਦੂਸਰਾ ਪਾਰਟ ਜਿਹੜਾ ਹੈਗਾ ਇਹ ਮੇਰੇ ਖਿਆਲ ਰੇਜ਼ ਕਰਨਗੇ ਕਿ ਜਿਹੜਾ ਇਹਦਾ ਰੂਰਲ ਡਿਵੈਲਪਮੈਂਟ ਫੰਡ ਹੈਗਾ ਵਾ ਉਹਦੇ ਜਿਹੜੀ ਗੱਲਬਾਤ ਕਰਨਗੇ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਉਹਨੂੰ ਰਿਜ਼ੋਲਵ ਕੀਤਾ ਜਾਵੇ। ਇਹਦੇ ਨਾਲ ਨਾਲ ਜਿਹੜਾ ਖਾਸ ਕਰਕੇ ਇਸ ਵੇਲੇ ਪੰਜਾਬ ਦੇ ਵਿੱਚ ਨਵੀਂ ਜਿਹੜੀ, ਕਿਉਂਕਿ ਜਿਹੜੇ ਅਮਿਤ ਸ਼ਾਹ ਆ ਰਹੇ ਆ ਉਹ ਫਿਰੋਜ਼ਪੁਰ ਦੇ ਵਿੱਚ ਸ਼ਾਇਦ ਇੱਕ ਸੈਟੇਲਾਈਟ ਜਿਹੜਾ ਆਪਣਾ PGI ਦਾ ਸੈਟੇਲਾਈਟ ਨੀਂਹ ਪੱਥਰ ਦਾ ਉਦਘਾਟਨ ਕਰਨ ਆ ਰਹੇ ਆ। ਇਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹ ਤਰੀਕਾ ਅਡਾਪਟ ਕੀਤਾ ਜਾਵੇ। ਜਿਹੜੀ ਉਹ ਗੱਲ ਕਰ ਰਹੇ ਆ ਕਿ ਇੱਥੋਂ ਜਿਹੜਾ ਪ੍ਰਵਾਸ ਹੋ ਰਿਹਾ ਵਾ ਜਾਂ ਸਾਡੀ ਖੇਤੀਬਾੜੀ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਹੈ। ਮੈਨੂੰ ਲੱਗਦਾ ਕਿ ਇੱਕ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ ਕਿ ਪੰਜਾਬ ਦਾ ਜਿਹੜਾ ਟ੍ਰੇਡ ਹੈਗਾ, ਹੁਣ ਕਿਸਾਨ ਜਥੇਬੰਦੀਆਂ ਵੀ ਉਹਦੀ ਗੱਲ ਕਰ ਰਹੇ ਆ, ਸਾਡੀਆਂ ਜਿਹੜੀਆਂ ਹੋਰ ਵਪਾਰਕ ਜਥੇਬੰਦੀਆਂ ਉਹ ਵੀ ਗੱਲ ਕਰ ਰਹੀਆਂ ਕਿ ਜੇ ਵਾਘੇ ਤੋਂ ਜਾਂ ਹੁਸੈਨੀ ਵਾਲੇ ਤੋਂ ਪਾਕਿਸਤਾਨ ਦੇ ਨਾਲ ਚਾਹੇ ਐਗਰੀਕਲਚਰ ਦਾ ਟ੍ਰੇਡ ਹੈਗਾ, ਟ੍ਰੇਡ ਜਿਹੜਾ ਕਾਂਡਲਾ ਤੋਂ ਹੋ ਰਿਹਾ, ਬੰਬੇ ਤੋਂ ਹੋ ਰਿਹਾ ਵਾ, ਉਹ ਇੱਥੋਂ ਖੋਲ੍ਹ ਦਿੱਤਾ ਜਾਵੇ ਤੇ ਪੰਜਾਬ ਦਾ ਬਹੁਤ ਵੱਡੇ ਹੱਦ ਤੱਕ ਜਿਹੜਾ ਕਿਸਾਨੀ ਦਾ ਮਸਲਾ ਜਿਹੜਾ ਹੱਲ ਹੋ ਸਕਦਾ। ਵੱਡੇ ਹੱਦ ਤੱਕ ਮੈਂ ਇਸ ਕਰਕੇ ਕਹਿਣਾ ਵਾ ਕਿ ਪੰਜਾਬ, ਉਹ ਪਾਕਿਸਤਾਨੀ ਪੰਜਾਬ ਦੇ ਵਿੱਚ ਚੀਜ਼ਾਂ ਦੀ ਬਹੁਤ ਥੋੜ ਹੈਗੀ ਆ, ਸਕੈਸਿਟੀ ਬਹੁਤ ਜ਼ਿਆਦਾ ਹੈਗੀ ਆ। ਚਾਹੇ ਐਗਰੀਕਲਚਰ ਮਸ਼ੀਨਰੀ ਹੋਵੇ ਉਹਦੀ ਬਹੁਤ ਉੱਥੇ ਜ਼ਰੂਰਤ ਹੈਗੀ ਆ, ਐਗਰੀਕਲਚਰ ਪ੍ਰੋਡਿਊਸ ਦੀ ਬਹੁਤ ਜ਼ਰੂਰਤ ਹੈਗੀ ਆ। ਹੋਰ ਇਸ ਤਰੀਕੇ ਦਾ ਟ੍ਰੇਡ ਹੋਣ ਦੇ ਨਾਲ ਸਾਡੇ ਖਾਸ ਕਰਕੇ ਜਿਹੜਾ ਟਰਾਂਸਪੋਰਟ ਦਾ ਵਧੂਗਾ, ਲੋਕਾਂ ਨੂੰ ਇੰਪਲਾਇਮੈਂਟ ਮਿਲੂਗੀ ਔਰ ਇਹ ਏਰੀਆ ਹੋਰ ਇੰਪੋਰਟੈਂਟ ਹੋ ਜਾਊਗਾ। ਟੂਰਿਜ਼ਮ ਦੇ ਨਾਲ ਨਾਲ ਜੇ ਕਿਤੇ ਇਹ ਇੰਡਸਟਰੀਅਲ ਕੋਰੀਡੋਰ ਬਣਦਾ ਵਾ, ਚਾਹੇ ਤੁਹਾਡਾ ਟ੍ਰੇਡ ਕੋਰੀਡੋਰ ਬਣਦਾ ਵਾ, ਤੇ ਉਹਦੇ ਨਾਲ ਜਿਹੜਾ ਹੈਗਾ ਸੀ ਮਸਲਾ ਹੱਲ ਹੋ ਸਕਦਾ। ਪਹਿਲਾਂ ਟ੍ਰੇਡ ਹੁੰਦਾ ਸੀ ਇੱਥੇ 600-700 ਟਰੱਕ ਉੱਥੋਂ ਦੇ ਲੋਕਲ ਪਿੰਡਾਂ ਦਾ ਹੁੰਦਾ ਸੀ, 2,500-3,000 ਕੁੱਲੀ ਕੰਮ ਕਰਦੇ ਸੀ, ਦਿਨ ਰਾਤ ਉੱਥੇ ਜਿਹੜੀ ਐਕਟੀਵਿਟੀ ਹੁੰਦੀ ਸੀ। ਪਰ ਜਦੋਂ ਇਹ ਸਰਕਾਰ ਦੇ ਆਉਣ ਤੇ ਕੁਝ ਇੰਸੀਡੈਂਟ ਹੋਏ ਆ, ਇਹਨਾਂ ਨੇ ਬਿਲਕੁਲ ਪੱਕਿਆ ਬੰਦ ਕਰਤਾ। ਉਹ ਪ੍ਰੋਬਲਮ ਅਜੇ ਵੀ ਚੱਲੀ ਜਾਂਦੀ ਆ। ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਨੂੰ ਇਹ ਫੋਕਸ ਦੇਣਾ ਚਾਹੀਦਾ ਕਿ ਸਾਨੂੰ ਫੰਕਸ਼ਨਲ ਜਿਹੜੀ ਕੋਆਪਰੇਸ਼ਨ ਹੈਗੀ ਆ, ਪਾਕਿਸਤਾਨ ਨਾਲ ਸਾਡੇ ਬਹੁਤ ਮਤਭੇਦ ਆ। ਪਾਕਿਸਤਾਨ ਟੈਰਰਿਜ਼ਮ ਦੇ ਵਿੱਚ ਇਨਵੋਲਵਡ ਹੈ, ਪਾਕਿਸਤਾਨ ਕਸ਼ਮੀਰ ਦੀ ਗੱਲ ਕਰਦਾ ਹੈ, ਪਰ ਜਿਹੜਾ ਵਪਾਰ ਹੈ, ਕਿਉਂਕਿ ਵਪਾਰ ਤੇ ਪਾਕਿਸਤਾਨ ਨਾਲ ਹੋ ਹੀ ਰਿਹਾ, ਉਹ ਹੋ ਰਿਹਾ ਗੁਜਰਾਤ ਤੋਂ ਹੋ ਰਿਹਾ, ਉਹ ਬੰਬੇ ਤੋਂ ਹੋ ਰਿਹਾ, ਉਹ ਦੁਬਈ ਥਰੂ ਹੋ ਰਿਹਾ। ਜੇ ਉਹ ਸਾਨੂੰ ਇਹ ਖੋਲ ਦੇਣ ਤੇ ਦੋਵੇਂ ਦੇਸ਼ਾਂ ਦੇ ਜੇ ਟ੍ਰੇਡ ਦੇ ਤੌਰ ਤੇ ਉਹ ਲੋਕਾਂ ਨੂੰ ਇਹ ਪਤਾ ਲੱਗ ਜਾਏ ਕਿ ਸਾਡੀਆਂ ਮੰਗਾਂ ਲੋੜਾਂ ਇਹ ਦੇਸ਼ ਪੂਰਾ ਕਰ ਰਿਹਾ, ਇੱਕ ਤਰੀਕਾ ਹੈਗਾ ਕਿ ਜਿਹਦੇ ਨਾਲ ਇਹਨਾਂ ਦੇ ਪੋਲੀਟੀਕਲ ਇਸ਼ੂਜ਼ ਹੈਗੇ ਆ ਜਾਂ ਦੋਵਾਂ ਦੇਸ਼ਾਂ ਦੇ ਵਿੱਚ ਗੁੱਡਵਿਲ ਜਿਹੜੀ ਆ ਉਹ ਪੈਦਾ ਕੀਤੀ ਜਾ ਸਕਦੀ ਆ। ਇਹਨਾਂ ਦੇ ਉੱਤੇ ਮੇਰੇ ਖਿਆਲ ਭਗਵੰਤ ਮਾਨ ਹੋਣਾ ਨੂੰ ਬ੍ਰੌਡਰ ਕੰਟੈਕਸਟ ਜਿੰਨਾ ਪੰਜਾਬ ਦੀ ਇਕੋਨਮੀ, ਪੰਜਾਬ ਦਾ ਸਮਾਜ ਜਾਂ ਪੰਜਾਬ ਦੀ ਮੂਵਮੈਂਟ ਜਾਂ ਪੰਜਾਬ ਦੀ ਪ੍ਰੋਸਪੈਰਿਟੀ ਜਾਂ ਇਹਦੇ ਵਿੱਚ ਥੋੜੀ ਬਹੁਤੀ ਇੰਡਸਟਰੀਲਾਈਜੇਸ਼ਨ ਹੋ ਸਕਦੀ ਆ ਜੇ ਇੱਕ ਵੱਡਾ ਸਟੈਪ ਉਹਦੇ ਵਿੱਚੋਂ ਲਿਆ ਜਾਵੇ। ਬਿਲਕੁਲ। ਉਧਰ ਭਾਰਤ ਕੈਨੇਡਾ ਦਾ ਜਿਹੜਾ ਇਹ ਮਸਲਾ, ਡਾਕਟਰ ਸਾਹਿਬ ਆਖਰੀ ਖਬਰ ਆਪਾਂ ਉਹ ਤੇ ਲੈਣੀ ਹੈ। ਭਾਰਤ ਕੈਨੇਡਾ ਦੇ ਮਸਲੇ ਦੇ ਵਿਚਕਾਰ ਕੈਨੇਡਾ ਕਹਿੰਦਾ ਸਾਡੇ ਕੋਲੇ ਸਬੂਤ ਹੈਗੇ ਆ, ਪਰ ਭਾਰਤ ਕਹਿੰਦਾ ਸਬੂਤ ਦਿਖਾਓ। ਤੇ ਇੱਕ CBC ਜਿਹੜੀ ਨਿਊਜ਼ ਏਜੰਸੀ ਹੈ ਕੈਨੇਡਾ ਦੀ, ਉਹ ਕਹਿ ਰਹੀ ਹੈ ਕਿ ਇਹਨਾਂ ਕੋਲੇ ਕਾਲ ਰਿਕਾਰਡਿੰਗਸ ਵੀ ਮੌਜੂਦ ਹੈ, ਕੈਨੇਡਾ ਦੇ ਕੋਲੇ ਕਾਫੀ ਪੁਖਤਾ ਸਬੂਤ ਹੈਗੇ ਆ ਕਿ ਭਾਰਤ ਹੀ ਹੈ ਜਿਹੜਾ ਨਿੱਜਰ ਦੇ ਕਤਲ ਦੇ ਪਿੱਛੇ। ਕਿਵੇਂ ਦੇਖਦੇ ਹੋ ਕਿ ਵਾਕਈ ਸਬੂਤ ਅਜਿਹੇ ਹੈਗੇ ਆ ਜਾਂ ਇਹ ਨਿਊਜ਼ ਏਜੰਸੀ ਦਾ ਹੀ ਦਾਵਾ ਹੈਗਾ? ਤੇ ਜੇ ਹੈਗੇ ਆ ਸਬੂਤ ਤਾਂ ਫਿਰ ਜਿਹੜਾ ਸਬੂਤ ਦੇਣ ਦੇ ਪਿੱਛੇ ਕਿਉਂ ਨਹੀਂ ਜਿਹੜਾ ਉਹ ਸਬੂਤ ਦਿੱਤੇ ਜਾ ਰਹੇ? ਜਾਨੀ ਕਹਿਣ ਦਾ ਭਾਵ, ਪਹਿਲੀ ਗੱਲ ਤਾਂ ਮੈਂ ਇੱਕ ਦਿਨ ਅੱਗੇ TV ਚੈਨਲ ਤੇ ਕੀਤੀ ਸੀ, ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਕੋਈ ਗੱਲ ਕਹਿੰਦਾ ਵਾ ਔਰ ਖਾਸ ਕਰਕੇ ਜੋ ਪਾਰਲੀਮੈਂਟ 'ਚ ਕਹਿੰਦਾ, ਇਹਦਾ ਮਤਲਬ ਆ ਉਹ ਸਾਡੇ ਇੱਧਰ ਦੇ ਲੋਕਾਂ ਵਾਂਗੂ ਜਾਂ ਇੱਧਰ ਦੇ ਰਾਜਨੀਤੀ ਵਾਂਗ ਜਿਹੜਾ ਹੈਗਾ ਉਹਨਾਂ ਦਾ ਵਿਵਹਾਰ ਨਹੀਂ ਹੁੰਦਾ। ਔਰ ਇਸ ਕਰਕੇ ਜਿਹੜੀ ਉਹਨਾਂ ਨੇ ਪਾਰਲੀਮੈਂਟ 'ਚ ਗੱਲ ਕਹੀ ਆ, ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਕੈਰੀਅਰ ਹੈਗਾ, ਉਹਨਾਂ ਦੀ ਪਾਰਟੀ ਦਾ ਕੈਰੀਅਰ, ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਦਾ ਕੈਰੀਅਰ ਜਿਹੜਾ ਉਹ ਜੁੜਿਆ ਹੈਗਾ। ਇਸ ਕਰਕੇ ਮੈਂ ਉੱਥੋਂ ਦੇ ਰਾਜਨੀਤੀਵਾਨਾਂ ਦੇ ਵਿਵਹਾਰ ਨੂੰ ਸਮਝਦਾ ਹੋਇਆ ਇਹ ਮੰਨਦਾ ਹਾਂ ਕਿ ਜਿਹੜੀ ਉਹਨਾਂ ਨੇ ਗੱਲ ਕਹੀ ਹੋਊਗੀ ਉਹਦੇ ਵਿੱਚ ਉਹਨਾਂ ਕੋਲ ਕੋਈ ਨਾ ਕੋਈ ਸਬੂਤ ਜ਼ਰੂਰ ਹੋਣਗੇ, ਨਹੀਂ ਤੇ ਉਹ ਨਾ ਕਹਿੰਦੇ। ਪਰ ਹੌਲੀ ਹੌਲੀ ਗੱਲਾਂ ਅਨਫੋਲਡ ਹੋ ਰਹੀਆਂ ਕਿ G20 ਦੀ ਮੀਟਿੰਗ ਤੋਂ ਪਹਿਲਾਂ ਵੀ ਜਿਹੜਾ ਹੈਗਾ ਸੀ ਉਹਨਾਂ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗਾ ਜਾਂ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਜਿਹੜੀਆਂ ਹੈਗੀਆਂ ਸੀਗੀਆਂ ਉਹ ਇੰਡੀਆ ਦੇ ਵਿੱਚ ਇਸ ਮੁੱਦੇ ਦੇ ਉੱਤੇ ਆਈਆਂ ਸੀਗੀਆਂ। ਹੁਣ ਤੁਸੀਂ ਦੇਖੋ ਕਿ ਖਾਸ ਕਰਕੇ ਉਹ ਸਟੇਟਮੈਂਟ ਦੇਣ ਤੋਂ ਪਹਿਲਾਂ ਇਹ ਖਬਰਾਂ ਆ ਰਹੀਆਂ ਜਿਹੜੀਆਂ ਤੁਸੀਂ ਵੀ ਦੇਖ ਰਹੇ ਹੋ, ਮੈਂ ਵੀ ਦੇਖ ਰਿਹਾ ਹਾਂ, ਕਿ ਉਹਨਾਂ ਨੇ ਜਿਹੜਾ ਹੈਗਾ ਸੀ ਇਹ ਸਟੇਟਮੈਂਟ ਦੇਣ ਤੋਂ ਪਹਿਲਾਂ ਬਾਈਡਨ ਸਾਹਿਬ ਨੂੰ ਜਿਹੜਾ ਹੈਗਾ ਸੀਗਾ ਉਹ ਆਪਣੇ ਕੌਨਫੀਡੈਂਸ ਦੇ ਵਿੱਚ ਲਿਆ ਸੀਗਾ। ਔਰ ਇਸ ਤੋਂ ਬਾਅਦ ਜਿਹੜੀ ਉਹਨਾਂ ਦੀ 5 ਆਈਜ਼ ਨੂੰ ਆਪਾਂ ਕਹਿੰਦੇ ਆ ਕਿ ਜਿਹੜੀਆਂ ਉਹਨਾਂ ਦੇ ਮਿੱਤਰ ਦੇਸ਼ ਹੈਗੇ ਆ, ਜਿਹਨਾਂ 'ਚੋਂ ਨਿਊਜ਼ੀਲੈਂਡ ਹੈਗਾ, ਆਸਟ੍ਰੇਲੀਆ ਹੈਗਾ, ਇੰਗਲੈਂਡ ਹੈਗਾ, ਅਮਰੀਕਾ ਹੈਗਾ, ਕੈਨੇਡਾ ਹੈਗਾ, ਉਹਨਾਂ ਦੇ ਵਿੱਚ ਉਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ। ਉਹ ਦੇਸ਼ਾਂ ਦੇ ਰਾਜਨੀਤੀਵਾਨ ਸਾਡੇ ਦੇਸ਼ ਦੇ ਰਾਜਨੀਤੀਵਾਨਾਂ ਵਾਂਗ ਨਹੀਂ ਹੈ ਕਿ ਆਪਣੀ ਗੱਲ ਕਹਿ ਕੇ ਮੁੱਕਰ ਕੇ ਸੌਰੀ ਕਰ ਲੈਣਗੇ।
ਜੇ ਉਹਨੇ ਇਹ ਗੱਲ ਕਹੀ ਆ, ਇਹਦਾ ਮਤਲਬ ਹੈਗਾ ਕਿ ਉਹਦੇ ਵਿੱਚ ਉਹਨਾਂ ਕੋਲ ਐਵੀਡੈਂਸਿਸ ਹੈਗੇ ਆ, ਉਹਨਾਂ ਨੇ ਕ੍ਰੈਡੀਬਲ ਐਵੀਡੈਂਸਿਸ ਦੀ ਗੱਲ ਕੀਤੀ ਆ, ਔਰ ਬਾਰ-ਬਾਰ ਉਹ ਇਹ ਕਹਿ ਰਹੇ ਆ। ਸ਼ਾਇਦ ਹੋ ਸਕਦਾ ਕਿ ਇੰਡੀਆ ਨੂੰ ਜਿਹੜਾ ਹੈਗਾ ਸੀਗਾ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਉਹਨਾਂ ਨੂੰ ਸੌਫਟ ਸਟੇਟ ਸਮਝ ਲਿਆ ਵੀ ਇਹਦੀ ਕਿਹੜੀ ਗੱਲ ਵਾ, ਜਾਂ ਉਹਨਾਂ ਨੂੰ ਇਹ ਸਮਝ ਲਿਆ ਵੀ ਸ਼ਾਇਦ ਜੋ ਅਸੀਂ ਪਾਕਿਸਤਾਨ 'ਚ ਕੀਤਾ ਸੀ, ਕੱਲ੍ਹ ਨੂੰ ਕਹਾਂਗੇ ਕਿ ਇੰਡੀਆ ਬਹੁਤ ਅਮਰਜਿੰਗ ਪਾਵਰ ਹੈ ਜੀ, ਗਲੋਬਲ ਪਾਵਰ ਹੈਗੀ ਆ। ਸ਼ਾਇਦ ਇਸ ਕਿਸਮ ਦਾ ਕੋਈ ਇਹਨਾਂ ਦਾ ਆਪਣਾ ਜਿਹੜਾ ਉਹ ਹੋਵੇ, ਕਿਉਂਕਿ ਉਹਨਾਂ ਨੇ ਹੁਣ ਗੱਲ ਸਾਰੀ ਕੀਤੀ ਹੈ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਇੱਥੇ 20 ਕੇਸ ਹੋਣ, ਔਰ ਉਹ ਕੈਨੇਡੀਅਨ ਸਿਟੀਜ਼ਨ ਹੈਗਾ, ਡਿਊ ਪ੍ਰੋਸੈਸ ਆਫ ਲਾਅ ਹੈਗਾ ਉਹਨਾਂ ਦੇ ਦੇਸ਼ ਦੇ ਵਿੱਚ, ਉਹਨਾਂ ਦਾ ਆਪਣਾ ਇੱਕ ਜਿਹੜੀਆਂ ਸਿਵਲ ਲਿਬਰਟੀਜ਼ ਹੈਗੀਆਂ ਵਾ, ਜਾਂ ਉਹਨਾਂ ਦੀ ਫਰੀडम ਆਫ ਐਕਸਪ੍ਰੈਸ਼ਨ ਹੈਗੀ, ਸਾਰਾ ਕੁਝ ਹੈਗਾ। ਮੈਨੂੰ ਲੱਗਦਾ ਕਿ ਜੇ ਇਹ ਗੱਲ ਠੀਕ ਹੈਗੀ ਆ ਤੇ ਇਹ ਇੰਡੀਅਨ ਡਿਪਲੋਮੇਸੀ ਦੀ ਬਹੁਤ ਵੱਡੀ ਫੇਲਿਅਰ ਹੈਗੀ ਆ। ਇੰਡੀਅਨ ਜਿਹੜੀ ਫੋਰਨ ਪਾਲਿਸੀ ਹੈਗੀ ਆ ਉਹਦੇ ਉੱਤੇ ਬਹੁਤ ਵੱਡਾ ਜਿਹੜਾ ਕੁਐਸਚਨ ਮਾਰਕ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ 8-9 ਸਾਲ ਤੋਂ ਜਦੋਂ ਇਹ ਸਰਕਾਰ ਆਈ ਆ, ਇਹਦੇ ਕਿਸੇ ਵੀ ਸ੍ਰੀਲੰਕਾ ਦਾ, ਨੇਪਾਲ ਹੋਵੇ ਜਾਂ ਚਾਈਨਾ ਦੇ ਨਾਲ ਹੋਵੇ, ਔਰ ਤੁਸੀਂ ਦੇਖੋਗੇ ਜਿਸ ਤਰੀਕੇ ਦੇ ਨਾਲ ਜਿਹੜੇ ਉਹ ਡਿਵੈਲਪ ਕੰਟਰੀਜ਼ ਕੈਨੇਡਾ ਦੇ ਨਾਲ ਖੜੇ ਆ, ਉਹ ਲੋਕਾਂ ਦੀ ਰਾਜਨੀਤੀ, ਉਹਨਾਂ ਦਾ ਜਿਹੜਾ ਕਰੈਕਟਰ ਹੈਗਾ ਵਾ, ਉਹ ਇਹ ਨਹੀਂ ਹੈਗਾ ਕਿ ਧਿਰ ਬਣ ਕੇ ਖੜੇ ਹੋਣਾ ਵਾ। ਮੈਨੂੰ ਲੱਗਦਾ ਵੀ ਉਹਦੇ ਨਾਲ ਇੰਡੀਆ ਬਹੁਤ ਬੈਕਫੁੱਟ ਦੇ ਉੱਤੇ ਹੈਗਾ। ਇੰਡੀਆ ਦੀ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇਹ ਆਪਣਾ ਅਮਰਜ ਹੋ ਰਿਹਾ ਸੀ, ਜਾਂ ਅਲੈਜਡਲੀ ਅਮਰਜ ਹੋ ਰਿਹਾ ਸੀਗਾ, ਜਾਂ ਇਹ ਆਪਣੇ ਆਪ ਨੂੰ ਵਿਸ਼ਵ ਗੁਰੂ ਦੀ ਗੱਲ ਕਰ ਰਹੇ ਸੀਗੇ, ਜਾਂ ਇਹ ਲੋਕਾਂ ਦੇ ਮਸਲੇ ਹੱਲ ਕਰਨ ਦੀ ਗੱਲ ਕਰਦੇ ਸੀਗੇ ਕਿ ਅਸੀਂ ਰਸ਼ੀਆ ਦੇ ਵਿੱਚ, ਯੂਕਰੇਨ ਦੇ ਵਿੱਚ ਗੱਲ ਕਰਕੇ 24 ਘੰਟੇ ਉਹਨਾਂ ਦੀ ਲੜਾਈ ਲਗਾਤੀ। ਮੇਰੇ ਖਿਆਲ ਇਹ ਬਹੁਤ ਸਾਡੇ ਲਈ, ਸਾਡੇ ਦੇਸ਼ ਵਾਸਤੇ, ਸਾਡੀ ਰਾਜਨੀਤੀ ਵਾਸਤੇ ਔਰ ਸਾਡੇ ਲੋਕਾਂ ਵਾਸਤੇ ਇੱਕ ਬਹੁਤ ਸੀਰੀਅਸ ਇਸ਼ੂ ਹੈਗਾ, ਜਦੋਂ ਇੱਕ ਇੱਦਾਂ ਦਾ ਪੀਸ ਲਵਿੰਗ ਕੰਟਰੀ ਜਿਹਨੂੰ ਦੁਨੀਆ ਮੰਨਦੀ ਹੋਵੇ, ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ ਵੀ ਅਸੀਂ ਬਹੁਤ ਪੀਸ ਲਿਵਿੰਗ ਹੈਗੇ ਆ, ਜਿਹੜੀ ਲੋਕਾਂ ਦੀ ਫਸਟ ਪ੍ਰੈਫਰੈਂਸ ਹੋਵੇ, ਜੇ ਉਸ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ, ਹਾਂ ਉਹਦੀਆਂ ਆਪਣੀਆਂ ਕੰਪਲਸ਼ਨਸ ਹੋ ਸਕਦੀਆਂ, ਮੈਂ ਨਹੀਂ ਕਹਿੰਦਾ ਵੀ ਕੰਪਲਸ਼ਨ ਨਹੀਂ ਹੋਣਗੀਆਂ, ਪਰ ਇਹ ਕੰਪਲਸ਼ਨ ਜਿਹੜੀਆਂ ਉੱਥੋਂ ਦੀ ਰਾਜਨੀਤੀ ਦੇ ਵਿੱਚ ਕਿਤੇ ਵੀ ਸਟੈਂਡ ਨਹੀਂ ਕਰਦੀਆਂ, ਕਿਉਂਕਿ ਉੱਥੋਂ ਦੇ ਜਿਹੜੇ ਲੋਕ ਹੈਗੇ ਆ ਉਹ ਜਿਹੜੀ ਉਹਦੀ ਪੋਲੀਟੀਕਲ ਆਟੋਨਮੀ ਹੈਗੀ ਆ, ਉਹਨਾਂ ਦੀਆਂ ਲਾਈਕਿੰਗ ਡਿਸਲਾਈਕਿੰਗ ਪਾਰਟੀ ਪ੍ਰਤੀ ਜਾਂ ਇੱਕ ਇੰਡੀਵਿਜੂਅਲ ਪ੍ਰਤੀ ਜਿਹੜੀਆਂ ਹੈਗੀਆਂ ਉਹ ਬਹੁਤ ਕਲੀਅਰ ਹੈ। ਔਰ ਇਸੇ ਕਰਕੇ ਸਾਨੂੰ ਲੱਗਦਾ ਵੀ ਇਹ ਇੱਕ ਇਹੋ ਜਿਹਾ ਬਹੁਤ ਸੀਰੀਅਸ ਮਸਲਾ ਬਣ ਗਿਆ, ਜਿਹਦੇ ਨਾਲ ਇੰਡੀਅਨ ਕਮਿਊਨਿਟੀ ਜਿਹੜੀ ਕੈਨੇਡਾ ਦੇ ਵਿੱਚ, ਤੇ ਖਾਸ ਕਰਕੇ ਜਿਹੜੀ ਪੰਜਾਬੀ ਕਮਿਊਨਿਟੀ ਸੀਗੀ, ਉਹਦੇ ਉੱਤੇ ਬਹੁਤ ਐਡਵਰਸ ਇਫੈਕਟ ਪਿਆ। ਬਿਲਕੁਲ। ਚਲੋ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤਾਂ ਇਹ ਸਨ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਤੇ ਸਾਡੇ ਨਾਲ ਗੱਲਬਾਤ ਜਿਹੜੀ ਆ ਕੀਤੀ ਗਈ ਆ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।